Students, our topic is The Tiger in the Tunnel. It's written by Ruskin. Ruskin Bond is an Indian writer of short stories and novels in English. He was only 19. ਜਦੋਂ 19 ਸਾਲ ਦੇ ਸੀ ਉਹਨਾਂ ਨੇ Room on the Roof ਲਿਖਿਆ. Won the John Prize since the several novels and volumes of short stories have been published by him. ਉਦੋਂ ਤੋਂ ਲੈ ਕੇ ਉਹਨਾਂ ਨੇ ਕਈ short stories ਤੇ novels ਦੇ ਵੋਲੀਊਮ ਪਬਲਿਸ਼ ਕੀਤੇ. ਟਾਈਗਰ ਇਨ ਦਾ ਉਸ ਵਿਅਕਤੀ ਦੀ ਸਟੋਰੀ ਹੈ ਜਿਹੜਾ ਕਿ ਬਹਾਦਰੀ ਨਾਲ ਇੱਕ ਰੇਲਵੇ ਟਨਲ ਦੇ ਵਿੱਚ ਚੀਤੇ ਦਾ ਟਾਕਰਾ ਕਰਦਾ ਹੈ, ਪਰ ਉਹ ਆਪ ਉਸ ਜਾਨਵਰ ਦੁਆਰਾ ਮਾਰਿਆ ਜਾਂਦਾ ਹੈ. ਕਾਊਂਟਰ ਮੀਨਿੰਗ ਮੁਕਾਬਲਾ. ਉਸ ਦਾ ਪੁੱਤਰ ਇੱਕ ਛੋਟਾ ਲੜਕਾ ਇਜ਼ ਫਿਲਡ ਵਿਦ ਗਰੀਫ ਓਵਰ ਹਿਸ ਫਾਦਰਸ ਡੈਥ. ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬਹੁਤ ਦੁਖੀ ਹੁੰਦਾ ਹੈ, ਬਟ ਹੀ ਡਜ਼ ਨਾਟ ਅਲਾਉ ਗਰੀਫ ਟੂ ਮੈਕੂਲੇਟ ਹਿਮ. ਪਰ ਉਹ ਦੁੱਖ ਨੂੰ ਉਸਦੇ ਉੱਪਰ ਓਵਰਪਾਰ ਨਹੀਂ ਹੋਣ ਦਿੰਦਾ. ਹੀ ਡਿਸਾਈਡਸ ਟੂ ਫੇਸ ਲਾਈਫ ਬਰੇਵਲੀ. ਸਭ ਤੋਂ ਇੰਪੋਰਟੈਂਟ ਇਸ ਲੈਸਨ ਦਾ ਲਾਈਫ ਨੂੰ ਬਹਾਦਰੀ ਨਾਲ ਫੇਸ ਕਰਦਾ ਹੈ ਅਤੇ ਆਪਣੀ ਰਿਸਪੋਂਸੀਬਿਲਿਟੀ ਪੂਰੀ ਕਰਦਾ. ਡਿਸਚਾਰਜ ਦਾ ਰਿਸਪੋਂਸੀਬਿਲਿਟੀ ਦੈਟ ਹੈਜ਼ ਨਾਓ ਫਾਲਨ ਔਨ ਹਿਮ, ਜਿਹੜੀ ਹੁਣ ਉਸਦੇ ਉੱਪਰ ਪੈ ਗਈ ਹੈ. ਨੋ ਮੂਨ ਦੈਟ ਨਾਈਟ. ਉਸ ਰਾਤ ਚੰਦਰਮਾ ਨਹੀਂ ਸੀ. and the deathly stillness of the surrounding jungle was broken only occasionally by the shrill cry of a cicada. ਅਤੇ ਡੈਥਲੀ ਸਟਿਲਨੈਸ ਮੀਨਿੰਗ ਮੌਤ ਵਰਗੀ ਸ਼ਾਂਤੀ ਜਿਹੜੀ ਕਿ ਆਲੇ ਦੁਆਲੇ ਦੇ ਜੰਗਲ ਵਿੱਚ ਸੀ, ਉਸ ਨੂੰ ਕਦੇ ਕਦੇ ਓਕੇਜਨਲੀ ਕਦੇ ਕਦੇ ਉਹ ਬ੍ਰੋਕਨ ਮੀਨਿੰਗ ਟੁੱਟਦੀ ਸੀ. ਸ਼ੀਲ ਕਰਾਈ ਮੀਨਿੰਗ ਤਿੱਖੀ ਚੀਕ, ਇੱਕ ਬੀਂਡੇ ਦੀ ਤਿੱਖੀ ਚੀਜ਼ ਦੇ. ਟਾਈਮਸ ਫਰੋਮ ਫਾਰ ਆਫ ਕੇਮ ਦਾ ਹੋਲੋ ਹੈਮਰਿੰਗ ਆਫ ਅ ਵੁੱਡ ਪੈਕਰ. ਕਈ ਵਾਰ ਦੂਰ ਤੋਂ ਹੋਲੋ ਹੈਮਰਿੰਗ ਤੱਕ ਦੀ ਆਵਾਜ਼, ਕਠਫੋੜੇ ਦੀ, ਵੁੱਡ ਪੈਕਰ ਦੀ ਆਵਾਜ਼ ਆਉਂਦੀ. ਕੈਰੀ ਅਲੋਂਗ ਦਾ ਫੇਂਟ ਬਰੀਜ਼, ਜਿਹੜੀ ਕਿ ਧੀਮੀ ਚੱਲਣ ਵਾਲੀ ਹਵਾ ਦੇ ਨਾਲ ਆਈ ਹੁੰਦੀ. ਬਟ ਦੀਸ ਸਾਊਂਡਸ ਵਰ ਰੇਅਰ. ਆਵਾਜ਼ਾਂ ਬਹੁਤ ਘੱਟ ਸਨ. ਐਂਡ ਦਾ ਸਾਇਲੈਂਸ ਆਫ ਦਾ ਫੋਰੈਸਟ ਆਲਵੇਜ਼ ਡਨ ਟੂ ਸਵੈਲੋ ਦੈਮ ਅਪ. ਅਤੇ ਜੰਗਲ ਦੀ ਸ਼ਾਂਤੀ ਹਮੇਸ਼ਾ ਹੀ ਉਹਨਾਂ ਆਵਾਜ਼ਾਂ ਨੂੰ ਖਾ ਜਾਂਦੀ. ਕਿ ਬਲਦਿਓ ਦਾ ਵਾਚਮੈਨ ਵਾਜ਼ ਅਵੇਕ. ਬਲਦਿਓ ਦੀ ਸਟੋਰੀ ਹੈ ਵਾਚਮੈਨ ਦੀ. ਉਹ ਉੱਠਿਆ. ਸਟ੍ਰੈਸਡ ਹਿਮਸੈਲਫ, ਉਸਨੇ ਆਪਣੇ ਆਪ ਨੂੰ ਫੈਲਾਇਆ. ਸਲੋਲੀ ਅਨਵਾਈਂਡਿੰਗ ਦਾ ਹੈਵੀ ਸ਼ਾਲ, ਉਸਨੇ ਹੈਵੀ ਸ਼ਾਲ ਲਈ ਹੋਈ ਸੀ, ਉਸਨੂੰ ਉਤਾਰਿਆ. ਐਂਡ ਕਵਰਡ ਹਿਮ ਲਾਈਕ ਆ ਸ਼ਰਾਊਡ, ਅਤੇ ਉਸਨੂੰ ਆਪਣੇ ਦੁਆਲੇ ਇੱਕ ਸ਼ਰਾਊਡ ਦੀ ਤਰ੍ਹਾਂ ਲਪੇਟ ਲਿਆ. ਸ਼ਰਾਊਡ ਮੀਨਿੰਗ ਦ ਕਲੋਥ ਆਫ ਅ ਡੈਡ ਬਾਡੀ. ਇਟ ਵਾਜ਼ ਕਲੋਜ਼ ਔਨ ਮਿਡਨਾਈਟ. ਅੱਧੀ ਰਾਤ ਦਾ ਵੇਲਾ ਸੀ. ਐਂਡ ਦ ਚਿਲ ਏਅਰ ਮੇਡ ਹਿਮ ਸ਼ਿਵਰ, ਅਤੇ ਠੰਡੀ ਹਵਾ ਨੇ ਉਸਨੂੰ ਕੰਬਣ ਲਾ ਦਿੱਤਾ. ਸ਼ਿਵਰ ਮੀਨਿੰਗ ਕੰਬਣਾ. ਦ ਸਟੇਸ਼ਨ ਅ ਸਮੋਲ ਸ਼ੈਕ ਬੈਕਡ ਬਾਈ ਹੈਵੀ ਜੰਗਲ. ਸਟੇਸ਼ਨ ਜਿਹੜਾ ਕਿ ਇੱਕ ਛੋਟੀ ਜਿਹੀ ਝੌਂਪੜੀ ਸੀ ਇੱਕ ਭਾਰੇ ਜੰਗਲ ਦੇ ਪਿੱਛੇ, ਨਾਮ ਦਾ ਹੀ ਸਟੇਸ਼ਨ ਸੀ. ਫॉर ਟ੍ਰੇਨਸ ਓਨਲੀ ਸਟਾਪ ਦੇਅਰ, ਕਿਉਂਕਿ ਉੱਥੇ ਸਿਰਫ ਟ੍ਰੇਨਸ ਠਹਿਰਦੀਆਂ ਸਨ. ਇਫ ਇਟ ਆਲ ਫਾਰ ਅ ਫਿਊ ਸੈਕਿੰਡਸ ਬਿਫੋਰ ਐਂਟਰਿੰਗ ਦਾ ਡੀਪ ਕਟਿੰਗ ਦੈਟ ਲੈਡ ਟੂ ਦਾ ਟਨਲ. ਜਿਹੜੀ ਤਿੱਖੀ ਕਟਿੰਗ ਸੀ ਉਸ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਥੋੜ੍ਹੀ ਦੇਰ ਲਈ ਉੱਥੇ ਟ੍ਰੇਨਸ ਠਹਿਰਦੀਆਂ. ਮੋਸਟ ਟ੍ਰੇਨਸ ਮੇਅਰਲੀ ਸਲੋ ਡਾਊਨ ਬਿਫੋਰ ਟੇਕਿੰਗ ਦਾ ਸ਼ਾਰਪ ਕਰਵ ਬਿਫੋਰ ਦਾ ਕਟਿੰਗ. ਅਤੇ ਕਈ ਟ੍ਰੇਨ ਸ਼ਾਰਪ ਕਰਵ ਦੇ ਵਿੱਚ ਸਲੋ ਹੋ ਜਾਂਦੀਆਂ, ਬਿਲਕੁਲ ਕੱਟ ਹੋ ਜਾਂਦੀਆਂ. ਬਲਦਿਓ ਵਾਜ਼ ਰਿਸਪੋਂਸੀਬਲ ਫਾਰ ਸਿਗਨਿੰਗ ਵੈਦਰ ਔਰ ਨੋਟ ਦਾ ਟਨਲ ਵਾਜ਼ ਕਲੀਅਰ ਆਫ ਦਾ ਅਬਸਟਰਕਸ਼ਨ. ਦੀ ਜ਼ਿੰਮੇਵਾਰੀ ਸੀ ਇਹ ਸਿਗਨਲ ਦੇਣ ਦੀ ਕਿ ਕੀ ਅਬਸਟਰਕਸ਼ਨ ਕਲੀਅਰ ਸੀ ਜਾਂ ਨਹੀਂ. ਅਤੇ ਉਸ ਦਾ ਹੈਂਡ ਵਰਕਡ ਸਿਗਨਲ, ਜਿਹੜਾ ਹੱਥ ਨਾਲ ਸਿਗਨਲ ਦਿੰਦਾ ਸੀ, ਉਸ ਦੀ ਜਿੱਥੇ ਐਂਟਰੈਂਸ ਤੋਂ ਪਹਿਲਾਂ ਸੀ. ਰਾਤ ਨੂੰ ਉਸ ਦੀ ਡਿਊਟੀ ਇਹ ਦੇਖਣ ਦੀ ਸੀ ਕਿ ਲੈਂਪ ਜਲ ਰਿਹਾ ਸੀ. ਐਂਡ ਦੈਟ ਦਾ ਓਵਰਲੈਂਡ ਮੇਲ ਪਾਸ ਥਰੂ ਸੇਫਲੀ. ਅਤੇ ਕੀ ਜਿਹੜੀ ਮੇਲ ਹੈ, ਓਵਰਲੈਂਡ ਮੇਲ, ਇਹ ਲੌਂਗ ਡਿਸਟੈਂਸ ਮੇਲ ਟ੍ਰੇਨ, ਉਹ ਉੱਥੋਂ ਆਰਾਮ ਨਾਲ ਚਲੀ ਗਈ. ਸ਼ੈਲ ਆਈ ਕਮ ਟੂ ਫਾਦਰ ਆਸ. ਟੈਂਬੂ ਉਸਦੇ ਲੜਕੇ ਦਾ ਨਾਮ ਹੈ. ਉਸਨੇ ਸੌਂਦੇ ਹੋਏ ਨੇ ਪੁੱਛਿਆ ਕਿ ਪਿਤਾ ਜੀ ਮੈਂ ਵੀ ਤੁਹਾਡੇ ਨਾਲ ਆਵਾਂ. ਸਟਿਲ ਲਾਇੰਗ ਹਡਲਡ ਇਨ ਅ ਕਾਰਨਰ ਆਫ ਦਾ ਹਟ, ਜਿਹੜਾ ਕਿ ਹਜੇ ਵੀ ਇੱਕ ਕਾਰਨਰ ਦੇ ਵਿੱਚ ਸੁੱਤਾ ਹੋਇਆ ਸੀ. ਨੋ ਇਟਸ ਕੋਲਡ ਟੂ ਨਾਈਟ, ਡੋਂਟ ਗੈਟ ਅਪ. ਫਿਰ ਉਸਦਾ ਪਿਤਾ ਕੀ ਕਹਿੰਦਾ ਕਿ ਅੱਜ ਠੰਡ ਹੈ, ਤੂੰ ਨਾ ਉੱਠ. ਟੈਂਬੂ ਵਾਜ਼ 12. ਟੈਂਬੂ ਦੀ ਉਮਰ 12 ਸਾਲ ਦੀ ਸੀ. ਯੂ ਨੋ ਆਲਵੇਜ਼ ਲਿਵ ਵਿਦ ਹਿਸ ਫਾਦਰ ਐਟ ਦਾ ਸਟੇਸ਼ਨ. ਉਹ ਹਮੇਸ਼ਾ ਆਪਣੇ ਪਿਤਾ ਨਾਲ ਨਹੀਂ ਸੀ ਹੁੰਦਾ, ਕਿਉਂਕਿ ਉਸਨੂੰ ਘਰ ਦੇ ਵਿੱਚ ਮਦਦ ਕਰਨੀ ਪੈਂਦੀ ਸੀ, ਜਿੱਥੇ ਉਸਦੀ ਮਾਂ ਅਤੇ ਉਸਦੀ ਛੋਟੀ ਭੈਣ ਹੁੰਦੀਆਂ ਸਨ ਇਕੱਲੀਆਂ ਹੀ. ਉਹ ਇੱਕ ਸਮਾਲ ਟਰਾਈਬਲ ਵਿਲੇਜ ਦੇ ਵਿੱਚ ਰਹਿੰਦੇ ਸੀ, ਜਿੱਥੇ ਕਿ ਕਬੀਲੇ ਰਹਿੰਦੇ ਸਨ, ਅਤੇ ਉਹ ਜੰਗਲ ਦੇ ਬਾਹਰਲੇ ਪਾਸੇ ਸੀ. ਆਊਟਸਕਰਟਸ ਮੀਨਿੰਗ ਬਾਹਰਲੇ ਪਾਸੇ ਸੀ ਜੰਗਲ ਦੇ. ਸਟੇਸ਼ਨ ਤੋਂ 3 ਮੀਲ ਦੀ ਦੂਰੀ 'ਤੇ ਸੀ. ਦੀਅਰ ਸਮਾਲ ਰਾਈਸ ਫੀਲਡਸ ਡਿਡ ਨਾਟ ਪ੍ਰੋਵਾਈਡ ਦੈਮ ਵਿਦ ਮੋਰ ਦੈਨ ਅ ਬੇਅਰ ਲਿਵਿੰਗ. ਉਹਨਾਂ ਦੇ ਛੋਟੇ ਚਾਵਲ ਦੇ ਖੇਤ ਉਹਨਾਂ ਨੂੰ ਗੁਜ਼ਾਰੇ ਜੋਗਾ ਹੀ ਭੋਜਨ ਦਿੰਦੇ ਸਨ. ਬੇਅਰ ਲਿਵਿੰਗ ਮੀਨਿੰਗ ਹਾਰਡਲੀ ਉਹਨਾਂ ਦੇ ਰਹਿਣ ਜੋਗਾ. ਐਂਡ ਬਲਦੇਓ ਕੰਸੀਡਰ ਹਿਮਸੈਲਫ ਲੱਕੀ ਟੂ ਹੈਵ ਗੋਟ ਦਾ ਜੋਬ ਆਫ ਖਲਾਸੀ ਐਟ ਦਿਸ ਸਮਾਲ ਵੇਸਾਈਡ ਸਿਗਨਲ ਸਟਾਪ. ਅਤੇ ਬਲਦੇਓ ਆਪਣੇ ਆਪ ਨੂੰ ਲੱਕੀ ਸਮਝਦਾ ਸੀ ਕਿ ਉਸਨੇ
ਖਲਾਸੀ ਦੀ ਛੋਟੀ ਜਿਹੀ ਨੌਕਰੀ ਮਿਲ ਗਈ ਇਸ ਸਿਗਨਲ ਸਟਾਪ 'ਤੇ। ਸਟਿਲ ਡਰਾਊਜ਼ੀ, ਅਜੇ ਵੀ ਊਂਘਦਾ ਹੋਇਆ, ਬਲਦੇਓ ਗ੍ਰੋਬਡ ਫਾਰ ਹਿਜ਼ ਲੈਂਪ ਇਨ ਦ ਡਾਰਕਨੈਸ। ਬਲਦੇਓ ਨੇ ਹਨੇਰੇ ਦੇ ਵਿੱਚ ਆਪਣੀ ਲੈਂਪ ਨੂੰ ਲੱਭਿਆ, ਗ੍ਰੈਫੀਨ ਲੱਭਣਾ। ਦੈਨ ਫੰਬਲਡ ਅਬਾਊਟ ਇਨ ਸਰਚ ਆਫ ਮੈਚਿਸ, ਫਿਰ ਇਹ ਕੀ ਆ ਇੱਧਰ ਉੱਧਰ ਉਹ ਮਾਚਿਸ ਲੱਗਾ। ਵੈਨ ਹੀ ਹੈਡ ਪ੍ਰੋਡਿਊਸਡ ਅ ਲਾਈਟ, ਜਦੋਂ ਲਾਈਟ ਜਗ ਪਈ, ਹੀ ਲੈਫਟ ਦ ਹਟ, ਉਸਨੇ ਝੌਂਪੜੀ ਛੱਡ ਦਿੱਤੀ। ਕਲੋਜ਼ ਦ ਡੋਰ ਬਿਹਾਈਂਡ ਹਿਮ, ਦਰਵਾਜ਼ਾ ਬੰਦ ਕਰ ਦਿੱਤਾ। ਐਂਡ ਸੈਟ ਆਫ ਅਲੋਂਗ ਦ ਪਰਮਾਨੈਂਟ ਵੇ, ਅਤੇ ਪੱਕੇ ਰਸਤੇ 'ਤੇ ਚੱਲ ਪਿਆ। ਟੈਂਬੂ ਹੈਡ ਫਾਲਨ ਅਸਲੀਪ ਅਗੇਨ, ਟੈਂਬੂ ਦੁਬਾਰਾ ਸੌਂ ਚੁੱਕਾ ਸੀ। ਬਲਦੇਓ ਵੰਡਰਡ ਵੈਦਰ ਦ ਲੈਂਪ ਔਨ ਦ ਸਿਗਨਲ ਪੋਸਟ ਵਾਜ਼ ਸਟਿਲ ਅਲਾਈਟ, ਬਲਦੇਓ ਹੈਰਾਨ ਹੋਇਆ ਕਿ ਸਿਗਨਲ ਪੋਸਟ 'ਤੇ ਅਜੇ ਵੀ ਲੈਂਪ ਜਲ ਰਿਹਾ ਸੀ। ਗੈਦਰਿੰਗ ਹਿਜ਼ ਸ਼ਾਲ ਕਲੋਜ਼ਰ ਅਬਾਊਟ ਹਿਮ, ਹੀ ਸਟੰਬਲਡ ਔਨ, ਆਪਣੀ ਸ਼ਾਲ ਨੂੰ ਇਕੱਠਾ ਕਰਦੇ ਹੋਏ ਉਹ ਲੜਖੜਾਉਣ ਲੱਗਾ। ਸਮਟਾਈਮਸ ਅਲੋਂਗ ਦ ਰੇਲ, ਸਮਟਾਈਮ ਅਲੋਂਗ ਦ ਬਲੈਸਟ, ਕਈ ਵਾਰ ਰੇਲ ਦੇ ਉੱਪਰ ਅਤੇ ਕਈ ਵਾਰ ਜਿਹੜੀ ਉੱਥੇ ਰੇਲ ਦੇ ਉੱਪਰ ਕੰਕਰ ਵਿਛੇ ਹੋਏ ਸਨ। ਟੂ ਗੈਟ ਬੈਕ ਟੂ ਹਿਜ਼ ਵਾਰਮ ਕਾਰਨਰ ਇਨ ਦ ਹਟ, ਉਸਦਾ ਦਿਲ ਕਰਦਾ ਸੀ ਕਿ ਉਹ ਆਪਣੀ ਨਿੱਘੀ ਹਟ ਦੇ ਵਿੱਚ ਵਾਪਸ ਚਲਾ ਜਾਏ। ਵਿਚ ਉਹ ਹੰਗ ਦਾ ਮੇਨ ਲਾਈਨ ਥ੍ਰੈਟਨਿੰਗਲੀ, ਜਿਹੜੀ ਕਿ ਡਰਾਵਨੇ ਤਰੀਕੇ ਦੇ ਨਾਲ ਮੇਨ ਲਾਈਨ ਦੇ ਉੱਪਰ ਲਟ ਰਹੀ ਸੀ, ਉਸਦੀ ਝੌਂਪੜੀ ਬਣੀ ਹੋਈ ਸੀ। ਔਨ ਐਂਟਰਿੰਗ ਦ ਕਟਿੰਗ ਵਿਦ ਇਟਸ ਸ਼ੀਅਰ ਰੌਕ ਵਾਜ਼ ਟਾਵਿੰਗ ਹਾਈ ਅਬਵ ਦ ਰੇਲ, ਜਦੋਂ ਉਹ ਕਟਿੰਗ ਦੇ ਅੰਦਰ ਦਾਖਲ ਹੋਇਆ ਉਸਦੇ ਆਲੇ ਦੁਆਲੇ ਚਟਾਨਾਂ ਸਨ, ਰੇਲਸ ਦੇ ਉੱਪਰ ਟਾਵਰ ਦੀ ਤਰ੍ਹਾਂ ਸਨ। ਬਲਦੇਓ ਕੁਡਨਟ ਹੈਲਪ ਥਿੰਕਿੰਗ ਅਬਾਊਟ ਦ ਵਾਈਲਡ ਐਨੀਮਲਸ, ਬਲਦੇਓ ਵਾਈਲਡ ਐਨੀਮਲ, ਜੰਗਲੀ ਜਾਨਵਰਾਂ ਬਾਰੇ ਨਹੀਂ ਸੋਚ ਸਕਿਆ ਜਿਨ੍ਹਾਂ ਨਾਲ ਕਿ ਉਸਦਾ ਟਾਕਰਾ ਹੋ ਸਕਦਾ ਸੀ। ਐਨਕਾਊਂਟਰ, ਟਾਕਰਾ, ਵਿਚ ਵਰ ਸਪੋਜ਼ ਟੂ ਫ੍ਰੀਕੁਐਂਟ ਦਿਸ ਸਪੌਟ, ਜਿਹੜੇ ਕਿ ਇਸ ਜਗ੍ਹਾ 'ਤੇ ਅਕਸਰ ਆਉਂਦੇ ਸਨ। ਬਟ ਹੀ ਹਾਰਡਲੀ ਬਿਲੀਵ ਦਿਸ ਸਟੋਰੀ ਅਰਾਈਵਲ ਐਟ ਦਿਸ ਪਲੇਸ ਅ ਮੰਥ ਅਗੋ, 1 ਮਹੀਨਾ ਪਹਿਲਾਂ ਜਦੋਂ ਆਇਆ ਤਾਂ ਉਹ ਇਹਨਾਂ ਕਹਾਣੀਆਂ ਦਾ ਇੰਨਾ ਵਿਸ਼ਵਾਸ ਨਹੀਂ ਕਰਦਾ ਸੀ। ਦੇ ਹੈਡ ਆਫ ਕੋਰਸ ਬੀਨ ਪੈਂਥਰਸ, ਉਹਨੇ ਪੈਂਥਰਸ ਬਾਰੇ ਸੁਣਿਆ ਸੀ, ਚੀਤੇ ਦੀ ਕਿਸਮ ਹੈ। ਐਂਡ ਓਨਲੀ ਅ ਫਿਊ ਡੇਜ਼ ਅਗੋ ਦ ਵਿਲਸਨਸ ਹੈਡ ਕਿਲਡ ਵਨ ਵਿਦ ਦੇਅਰ ਸਪੇਅਰ ਐਂਡ ਐਕਸਿਸ, ਸਪੇਅਰਸ ਮੀਨਿੰਗ ਨੇਜ਼ੇ ਅਤੇ ਕੁਲਹਾੜੀਆਂ, ਅਤੇ ਕੁਝ ਦਿਨ ਪਹਿਲਾਂ ਪਿੰਡ ਦੇ ਲੋਕਾਂ ਨੇ ਇੱਕ ਨੂੰ ਆਪਣੀ ਕੁਹਾੜੀ ਅਤੇ ਨੇਜ਼ੇ ਨਾਲ ਮਾਰਿਆ ਸੀ। ਬਲਦੇਓ ਹੈਡ ਓਕੇਜ਼ਨਲੀ ਹਰਡ ਦ ਸਾਇੰਗ ਆਫ ਅ ਪੈਂਥਰ ਕਾਲਿੰਗ ਟੂ ਇਟਸ ਮੇਟ, ਬਲਦੇਓ ਨੇ ਅਚਾਨਕ ਸਾਇੰਗ ਮੀਨਿੰਗ ਆਵਾਜ਼, ਪੈਂਥਰ ਦੀ, ਚੀਤੇ ਦੀ ਆਵਾਜ਼ ਸੁਣੀ ਜਿਸਨੇ ਮੇਟ ਨੂੰ, ਆਪਣੀ ਸੱਥ ਨੂੰ ਬੁਲਾ ਰਿਹਾ ਸੀ। ਬਟ ਦੇ ਹੈਡ ਨੋਟ ਕਮ ਨੀਅਰ ਦ ਟਨਲ ਔਰ ਸ਼ੈਡ, ਪਰ ਉਹ ਟਨਲ ਜਾਂ ਸ਼ੈਡ ਦੇ ਨੇੜੇ ਨਹੀਂ ਆਏ। ਬਲਦੇਓ ਵਾਕਡ ਕੌਨਫੀਡੈਂਟਲੀ ਫਾਰ ਬੀਂਗ ਅ ਟਰਾਈਬਲ ਹਿਮਸੈਲਫ, ਬਲਦੇਓ ਆਤਮ ਵਿਸ਼ਵਾਸ ਨਾਲ ਚੱਲਦਾ ਰਿਹਾ ਕਿਉਂਕਿ ਕਬੀਲੇ ਦਾ ਆਦਮੀ ਸੀ। ਹੀ ਵਾਜ਼ ਯੂਜ਼ਡ ਟੂ ਦ ਜੰਗਲ ਐਂਡ ਇਟਸ ਵੇਜ਼, ਯੂਜ਼ਡ ਟੂ ਮੀਨਿੰਗ ਜਾਣੂ ਹੋਣਾ, ਉਹ ਜੰਗਲ ਦੇ ਰਸਤਿਆਂ ਤੋਂ ਜਾਣੂ ਸੀ। ਫਾਦਰਸ ਮੀਨਿੰਗ ਪੂਰਵਜ, ਆਪਣੇ ਪੂਰਵਜਾਂ ਦੀ ਤਰ੍ਹਾਂ ਉਸਦੇ ਕੋਲ ਇੱਕ ਸਮੌਲ ਐਕਸ ਸੀ। ਟੂ ਲੁੱਕ ਐਟ ਬਟ ਡੈਡਲੀ ਵਿਨ ਯੂਜ਼, ਦੇਖਣ ਨੂੰ ਕਮਜ਼ੋਰ ਲੱਗਦੀਆਂ। ਫੈਜ਼ੋ ਮੀਨਿੰਗ ਕਮਜ਼ੋਰ, ਪਰ ਜਦੋਂ ਵਰਤਿਆ ਜਾਂਦਾ ਤਾਂ ਉਹ ਭਿਅੰਕਰ ਹਨ। ਵਿਦ ਇਟ ਇਨ 3 or 4 ਸਵਿਫਟ ਸਟ੍ਰੋਕਸ, ਇਹਦੇ ਨਾਲ ਉਹ 3 ਜਾਂ 4 ਝਟਕਿਆਂ ਦੇ ਵਿੱਚ ਹੀ ਕੁੱਡ ਕੱਟ ਡਾਊਨ ਅ ਟਰੀ ਐਜ਼ ਨੀਟਲੀ ਐਜ਼ ਇਫ ਇਟ ਹੈਡ ਬੀਨ ਸੌਨ, ਉਹ ਇਸ ਤਰ੍ਹਾਂ ਦਰਖਤ ਨੂੰ ਕੱਟ ਦਿੰਦਾ ਸੀ ਜਿਵੇਂ ਕਿ ਉਹ ਆਰੀ ਨਾਲ ਕੱਟਿਆ ਗਿਆ ਹੋਏ। ਸੌ ਮੀਨਿੰਗ ਆਰੀ। ਐਂਡ ਹੀ ਪ੍ਰਾਈਡ ਹਿਮਸੈਲਫ ਇਨ ਸਕਿੱਲ ਇਨ ਵੀਲਡਿੰਗ ਇਟ ਅਗੇਂਸਟ ਵਾਈਲਡ ਐਨੀਮਲਸ, ਅਤੇ ਉਹ ਆਪਣੇ ਆਪ 'ਤੇ ਮਾਣ ਕਰਦਾ ਕਿ ਉਹ ਇਸ ਦਾ ਇਸਤੇਮਾਲ ਜੰਗਲੀ ਜਾਨਵਰਾਂ ਦੇ ਵਿਰੁੱਧ ਕਰ ਸਕਦਾ ਸੀ। ਇਹ ਕਿਲ ਅ ਜੰਗ ਬੋਰ ਵਿਦ ਇਟ ਵੰਸ, ਇੱਕ ਵਾਰ ਉਸਨੇ ਜਵਾਨ ਸੂਰ, ਜੰਗਲੀ ਸੂਰ ਨੂੰ ਮਾਰਿਆ ਸੀ। ਐਂਡ ਦ ਫੈਮਿਲੀ ਹੈਡ ਫੀਸਟਡ ਔਨ ਦ ਫਲੈਸ਼ ਫਾਰ 3 days, ਅਤੇ 3 ਦਿਨ ਤੱਕ ਫੈਮਿਲੀ ਨੇ ਇਸ ਦੇ ਉੱਪਰ ਆਪਣਾ ਭੋਜਨ ਕੀਤਾ। ਹੈਡ ਆਫ ਪਿਓਰ ਸਟੀਲ ਥਿਨ ਬਟ ਡਰਿੰਕਿੰਗ ਟਰੂ ਲਾਈਕ ਅ ਬੈਲ, ਕੁਹਾੜੀ ਦਾ ਸਿਰਾ ਸਟੀਲ ਅਤੇ ਪਤਲਾ ਸੀ ਪਰ ਇਹ ਬੈਲ ਦੀ ਤਰ੍ਹਾਂ ਇਹਦੀ ਆਵਾਜ਼ ਸੀ। ਹੈਡ ਬੀਨ ਮੇਡ ਬਾਈ ਹਿਜ਼ ਫਾਦਰ ਓਵਰ ਅ ਚਾਰਕੋਲ ਫਾਇਰ, ਉਸਦੇ ਪਿਤਾ ਨੇ ਕੋਲੇ ਦੀ ਅੱਗ ਉੱਪਰ ਬਣਾਇਆ ਸੀ। ਦਿਸ ਐਕਸ ਵਾਜ਼ ਪਾਰਟ ਆਫ ਹਿਮਸੈਲਫ, ਕੁਲਹਾੜੀ ਉਸਦਾ ਹਿੱਸਾ ਸੀ। ਐਂਡ ਵੇਅਰ ਐਵਰੀ ਵੈਂਟ, ਜਿੱਥੇ ਵੀ ਉਹ ਜਾਂਦਾ, ਚਾਹੇ ਉਹ ਬੀ ਟੂ ਦਾ ਲੋਕਲ ਮਾਰਕੀਟ 7 miles ਅਵੇ, ਤਾਂ ਚਾਹੇ ਉਹ ਲੋਕਲ ਮਾਰਕੀਟ ਵਿੱਚ ਜਾਂਦਾ ਜਿਹੜੀ ਕਿ 7 ਮੀਲ ਦੀ ਦੂਰੀ ਸੀ, ਜਾਂ ਟਰਾਈਬਲ ਡਾਂਸ 'ਤੇ ਜਾਂਦਾ, ਐਕਸ ਨੂੰ ਆਪਣੇ ਨਾਲ ਲੈ ਕੇ ਜਾਂਦਾ। ਅਕਸਰ ਐਨ ਅਫੀਸ਼ੀਅਲ, ਕੋਈ ਵੀ ਅਫੀਸ਼ੀਅਲ ਜਿਹੜਾ ਸਟੇਸ਼ਨ ਦੇ ਉੱਪਰ ਆਉਂਦਾ ਉਸਨੂੰ ਚੰਗਾ ਪੈਸਾ ਇਸ ਵੈਪਨ ਦੇ ਲਈ ਉਹ ਆਫਰ ਕਰਦੇ ਸੀ, ਪਰ ਬਲਦੇਓ ਕਦੇ ਵੀ ਇੱਛਾ ਕਦੇ ਵੀ ਨਹੀਂ ਸੀ ਰੱਖਦਾ ਕਿ ਇਹਨੂੰ ਉਹਨਾਂ ਨੂੰ ਦੇ ਦੇਵੇ। ਪਾਰਟੀ ਸ਼ਾਰਪਲੀ, ਕਟਿੰਗ ਬਹੁਤ ਤਿੱਖੀ ਸੀ, ਅਤੇ ਨੈਸ ਦੇ ਵਿੱਚ ਕਾਲੀ ਐਂਟਰੈਂਸ ਸੁਰੰਗ ਨੂੰ ਇਸ ਤਰ੍ਹਾਂ ਲੱਗਦੀ ਸੀ ਜਿਸ ਤਰ੍ਹਾਂ ਕਿ ਇਹ ਡਰਾਵਨੀ ਹੋਵੇ। ਸਿਗਨਲ ਲਾਈਟ ਬੰਦ ਹੋ ਗਈ। ਬਲਦੇਓ ਨੂੰ ਲੈਂਪ ਨੂੰ ਹੌਲ ਮੀਨਿੰਗ ਖਿੱਚਣਾ ਪਿਆ, ਥੱਲੇ ਖਿੱਚਣਾ ਪਿਆ ਆਪਣੇ ਇਸ ਦੀ ਚੇਨ ਦੇ ਨਾਲ, ਅਤੇ ਜੇ ਤੇਲ ਖਤਮ ਹੋ ਜਾਂਦਾ ਉਸਨੂੰ ਆਪਣੀ ਹੱਟ ਵਿੱਚ ਜਾਣਾ ਪੈਣਾ ਸੀ ਹੋਰ ਲੈਣ ਦੇ ਲਈ। ਮੇਲ ਟ੍ਰੇਨ 5 ਮਿੰਟ ਵਿੱਚ ਆਉਣ ਵਾਲੀ ਸੀ। ਵਨਸ ਮੋਰ
ਹੀ ਫੰਬਲਡ ਫਾਰ ਹਿਜ਼ ਮਾਚ। ਇੱਕ ਵਾਰ ਫਿਰ ਉਸਨੇ ਆਪਣੀਆਂ ਮਾਚਸ ਦੇ ਲਈ ਇੱਧਰ ਉੱਧਰ ਹੱਥ ਮਾਰੇ। ਹੀ ਸਟੂਡ ਸਟਿਲ ਐਂਡ ਲਿਸਨ। ਫਿਰ ਉਹ ਇੱਕਦਮ ਸ਼ਾਂਤ ਖੜਾ ਹੋ ਗਿਆ। ਉਹਨੂੰ ਕੀ ਹੈ, ਫਾਈਟਿੰਗ ਕਰਾਈ ਸੁਣੀ ਇੱਕ ਡੀਅਰ ਦੀ, ਹਿਰਨ ਦੀ, ਜਿਹਦੇ ਪਿੱਛੇ ਫਾਲੋਡ ਬਾਈ ਅ ਕ੍ਰੈਸ਼ਿੰਗ ਸਾਊਂਡ, ਜ਼ੋਰ ਦੀ ਕ੍ਰੈਸ਼ਿੰਗ, ਜ਼ੋਰ ਦੀ ਆਵਾਜ਼ ਆ ਰਹੀ ਸੀ ਅੰਡਰਗਰਾਊਂਡ ਮੀਨਿੰਗ ਝਾੜੀਆਂ ਦੇ ਵਿੱਚੋਂ। ਉਸ ਦੇ ਨਾਲ ਬਲਦੇਓ ਨੇ ਤੇਜ਼ੀ ਕੀਤੀ। ਲੈਂਪ ਵਿੱਚ ਥੋੜ੍ਹਾ ਜਿਹਾ ਤੇਲ ਸੀ ਅਤੇ ਇੱਕ ਪਲ ਦੀ ਹੈਜ਼ੀਟੇਸ਼ਨ ਤੋਂ ਬਾਅਦ, ਹਿਚਕਚਾਹਟ ਤੋਂ ਬਾਅਦ ਉਸਨੇ ਲਿਟ ਦਾ ਲੈਂਪ ਮੀਨਿੰਗ ਲੈਂਪ ਜਗਾਇਆ ਐਂਡ ਹਾਸਟਡ ਇਟ ਬੈਕ ਇਨਟੂ ਪੋਜੀਸ਼ਨ, ਅਤੇ ਵਾਪਸ ਇਸ ਨੂੰ ਆਪਣੀ ਪੋਜੀਸ਼ਨ 'ਤੇ ਰੱਖ ਦਿੱਤਾ। ਇਹ ਕਰਨ ਤੋਂ ਬਾਅਦ ਉਹ ਵਾਕ ਕੁਇਕਲੀ, ਤੇਜ਼ੀ ਨਾਲ ਤੋਂ ਨੀਚੇ ਚਲਾ ਗਿਆ। ਸਵਿੰਗਿੰਗ ਹਿਜ਼ ਓਨ ਲੈਂਪ, ਉਸਨੇ ਆਪਣਾ ਲੈਂਪ ਲਹਿਰਾਇਆ ਤਾਂ ਸ਼ੈਡੋਜ਼ ਲੈਫਟ ਅਪ ਐਂਡ ਡਾਊਨ ਦਾ ਸੂਟ ਸਟੇਨਡ ਵਾਲਸ। ਸੂਟ ਸਟੇਨਡ ਵਾਲਸ, ਕਾਲਖ ਭਰੀਆਂ ਦੀਵਾਰਾਂ ਦੇ ਉੱਪਰ ਜਿਹੜੀਆਂ ਪਰਛਾਈਆਂ ਦਿਖਾਈ ਦੇ ਰਹੀਆਂ ਸੀ ਅਤੇ ਉਸਨੂੰ ਇਹ ਯਕੀਨ ਹੋ ਗਿਆ ਸੀ ਕਿ ਲਾਈਨ ਕਲੀਅਰ ਸੀ। ਹੀ ਰਿਟਰਨ ਦ ਇੰਟਰਾਂਸ, ਉਹ ਇੰਟਰਾਂਸ ਵੱਲ ਮੁੜੇ ਟੂ ਵੇਟ ਫॉर ਦ ਮੇਲ ਟ੍ਰੇਨ, ਅਤੇ ਮੇਲ ਟ੍ਰੇਨ ਦੀ ਵੇਟ ਕਰਨ ਦੇ ਲਈ ਬੈਠ ਗਿਆ। ਟ੍ਰੇਨ ਵਾਜ਼ ਲੇਟ, ਟ੍ਰੇਨ ਲੇਟ ਸੀ। ਸਿਟਿੰਗ ਹਡਲਡ ਅਪ, ਇਕੱਠਾ ਹੋ ਕੇ ਬੈਠਾ ਹੋਇਆ ਸੀ, ਲਗਭਗ ਆਲਮੋਸਟ ਡੋਜ਼ਿੰਗ, ਲਗਭਗ ਉਂਘ ਰਿਹਾ ਸੀ। ਜਲਦੀ ਹੀ ਆਪਣੇ ਆਲੇ ਦੁਆਲੇ ਨੂੰ ਭੁੱਲ ਗਿਆ ਅਤੇ ਉਸਨੇ ਉਂਘਣਾ ਸ਼ੁਰੂ ਕਰ ਦਿੱਤਾ। ਇਨ ਦਾ ਹਟ, ਟ੍ਰੈਂਬਲਿੰਗ ਆਫ ਦਾ ਗਰਾਊਂਡ, ਕੋਚ ਆਫ ਦਾ ਟ੍ਰੇਨ, ਗਰਾਊਂਡ ਦੇ ਕੰਬਨ ਨੇ ਦੱਸਿਆ ਕਿ ਟ੍ਰੇਨ ਆ ਰਹੀ ਹੈ। ਐਂਡ ਅ ਲੋ ਡਿਸਟੈਂਟ ਰੰਬਲ ਵੋਕ ਦਾ ਬॉय, ਅਤੇ ਇੱਕ ਹੌਲੀ ਮੀਨਿੰਗ ਗੜਗੜਾਹਟ ਦੀ ਆਵਾਜ਼ ਨੇ ਲੜਕੇ ਨੂੰ ਉਠਾਇਆ, ਜਿਹੜਾ ਕਿ ਬੈਠ ਗਿਆ। ਰਬਿੰਗ ਦਾ ਸਲੀਪ ਫॉर्म ਹਿਜ਼ ਆਈਜ਼, ਆਪਣੀਆਂ ਅੱਖਾਂ ਦੇ ਵਿੱਚੋਂ ਨੀਂਦ ਨੂੰ ਦੂਰ ਪਛਾਣ ਲੱਗਾ। ਫਾਦਰ ਇਟਸ ਟਾਈਮ ਟੂ ਲਾਈਟ ਦ ਲੈਂਪ, ਹੀ ਮੰਬਲਡ, ਉਹ ਬੁੜਬੜਾਇਆ ਕਿ ਪਿਤਾ ਜੀ ਲੈਂਪ ਜਗਾਉਣ ਦਾ ਟਾਈਮ ਹੈ। ਅਤੇ ਫਿਰ ਉਸਨੇ ਰਿਅਲਾਈਜ਼ ਕੀਤਾ ਕਿ ਉਸਦਾ ਪਿਤਾ ਕੁਛ ਦੇਰ ਲਈ ਗਿਆ ਹੋਇਆ ਸੀ। ਹੀ ਲੇ ਡਾਊਨ ਅਗੇਨ, ਉਹ ਫਿਰ ਲੇਟ ਗਿਆ। ਬਟ ਹੀ ਵਾਜ਼ ਵਾਈਡ ਅਵੇਕ ਨਾਓ, ਪਰ ਹੁਣ ਉਹ ਜਾਗ ਚੁੱਕਾ ਸੀ। ਵੇਟਿੰਗ ਫॉर ਦ ਟ੍ਰੇਨ ਟੂ ਪਾਸ, ਉਹ ਇੰਤਜ਼ਾਰ ਕਰਨ ਲੱਗਾ ਕਿ ਟ੍ਰੇਨ ਚਲੀ ਜਾਵੇ। ਵੇਟਿੰਗ ਫॉर ਹਿਜ਼ ਫਾਦਰ ਰਿਟਰਨਿੰਗ ਫੁੱਟਸਟੈਪਸ, ਉਹ ਆਪਣੇ ਪਿਤਾ ਦੇ ਵਾਪਸੀ ਦੇ ਕਦਮਾਂ ਦਾ ਇੰਤਜ਼ਾਰ ਕਰਨ ਲੱਗਾ। ਅ ਲੋ ਗਰੰਟ ਇਟ ਸਾਊਂਡਡ ਫਰੋਮ ਦ ਟੋਪ ਆਫ ਦ ਕਟਿੰਗ ਦੀ ਟੋਪ ਤੋਂ ਆਵਾਜ਼ ਆਈ। ਹੌਲੀ ਸੈਕਿੰਡ ਬਲਦੇਓ ਵਾਜ਼ ਅਵੇਕ, ਆਲ ਹਿਜ਼ ਸੈਂਸਿਸ ਅਲਰਟ। ਇੱਕ ਸੈਕਿੰਡ ਦੇ ਵਿੱਚ ਬਲਦੇਓ ਬਿਲਕੁਲ ਚਤੰਨ ਹੋ ਕੇ ਬੈਠ ਗਿਆ। ਓਨਲੀ ਅ ਟਾਈਗਰ ਕੁਡ ਅਮਿਟ ਸੱਚ ਅ ਸਾਊਂਡ, ਇਸ ਤਰ੍ਹਾਂ ਦੀ ਸਾਊਂਡ ਇੱਕ ਟਾਈਗਰ ਹੀ ਦੇ ਸਕਦਾ। ਦੇਅਰ ਵਾਜ਼ ਨੋ ਸ਼ੈਲਟਰ ਫਾਰ ਬਲਦੇਓ, ਹੁਣ ਕੋਈ ਸਹਾਰਾ ਨਹੀਂ ਸੀ। ਬਟ ਹੀ ਗ੍ਰੈਬਡ ਹਿਜ਼ ਐਕਸ ਫਰਮਲੀ, ਉਸਨੇ ਪਰ ਆਪਣੀ ਕੁਲਹਾੜੀ ਜ਼ੋਰ ਦੀ ਪਕੜ ਲਈ। ਐਂਡ ਟੈਸਟ ਹਿਜ਼ ਬॉडी, ਆਪਣੀ ਬਾਡੀ ਨੂੰ ਸਿੱਧਾ ਮੇਕ ਆਊਟ ਦਾ ਡਾਇਰੈਕਸ਼ਨ, ਮੇਕ ਆਊਟ ਮੀਨਿੰਗ ਪਤਾ ਲਗਾਉਣਾ, ਉਸ ਡਾਇਰੈਕਸ਼ਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਿੱਥੋਂ ਉਹ ਐਨੀਮਲ ਆ ਰਿਹਾ ਸੀ ਅਪਰੋਚਿੰਗ। ਕੁਝ ਸਮੇਂ ਲਈ ਉੱਥੇ ਬਿਲਕੁਲ ਸ਼ਾਂਤੀ ਹੋ ਗਈ ਅਤੇ ਜੰਗਲ ਦਾ ਸ਼ੋਰ, ਨੋਇਸਿਸ ਮੀਨਿੰਗ ਸ਼ੋਰ, ਸੀਮ ਟੂ ਹੈਵ ਸੀਜ਼ਡ ਆਲ ਟੂਗੈਦਰ, ਬਿਲਕੁਲ ਲੱਗਦਾ ਸੀ ਕਿ ਬੰਦ ਹੋ ਗਿਆ ਹੋਵੇ। ਫਿਰ ਇੱਕ ਥਾਂ ਆਵਾਜ਼ ਆਈ ਅਤੇ ਐਂਡ ਦਾ ਰੈਟਲ ਆਫ ਸਮਾਲ ਸਟੋਨਸ, ਅਤੇ ਛੋਟੇ ਸਟੋਨਸ ਦੀ ਖੜਖੜਾਹਟ ਦੀ ਆਵਾਜ਼ ਨੇ ਇਹ ਦੱਸ ਦਿੱਤਾ ਦੈਟ ਦ ਟਾਈਗਰ ਹੈਡ ਸਪਰੰਗ ਇਨਟੂ ਦ ਕਟਿੰਗ, ਕਿ ਚੀਤਾ ਕਟਿੰਗ ਦੇ ਵਿੱਚ ਆ ਗਿਆ। ਬਲਦੇਓ ਲਿਸਨਿੰਗ ਐਜ਼ ਹੀ ਹੈਡ ਨੈਵਰ ਲਿਸਨਡ ਬਿਫੋਰ, ਬਲਦੇਓ ਨੇ ਇਸ ਤਰ੍ਹਾਂ ਸੁਣਿਆ ਜਿਵੇਂ ਉਹਨੇ ਪਹਿਲਾਂ ਕਦੀ ਨਹੀਂ ਸੀ ਸੁਣਿਆ, ਔਰ ਹੈਰਾਨ ਹੋਇਆ ਕਿ ਉਹ ਟਨਲ ਵੱਲ ਜਾ ਰਿਹਾ ਸੀ ਜਾਂ ਆਪੋਜ਼ਿਟ ਡਾਇਰੈਕਸ਼ਨ ਵੱਲ ਜਾ ਰਿਹਾ ਸੀ, ਜਾਂ ਝੌਂਪੜੀ ਦੀ ਡਾਇਰੈਕਸ਼ਨ ਵੱਲ ਜਾ ਰਿਹਾ ਸੀ ਜਿਸ ਵਿੱਚ ਟੈਂਬੂ ਲੇਟਿਆ ਹੋਇਆ ਸੀ। ਅਨਪ੍ਰੋਟੈਕਟਡ ਮੀਨਿੰਗ ਉਹ ਸੇਫ ਨਹੀਂ ਸੀ, ਸੁਰੱਖਿਅਤ ਨਹੀਂ ਸੀ। ਜ਼ਿਆਦਾ ਦੇਰ ਹੈਰਾਨ ਨਹੀਂ ਹੋਣਾ ਪਿਆ। ਇਟ ਹੈਡ ਪਾਸਡ, ਹੀ ਮੇਡ ਆਊਟ ਦ ਹਿਊਜ ਬॉडी ਆਫ ਦ ਟਾਈਗਰ ਟ੍ਰੋਟਿੰਗ ਸਟੈਲੀ ਟੁਵਾਰਡਸ ਹਿਮ। 1 ਮਿੰਟ ਤੋਂ ਪਹਿਲਾਂ ਉਸਨੇ ਦੇਖਿਆ ਕਿ ਚੀਤੇ ਦੀ ਵੱਡੀ ਮੀਨਿੰਗ ਤੇਜ਼ੀ ਨਾਲ ਵੱਧ ਰਿਹਾ ਸੀ। ਉਹਦੀਆਂ ਅੱਖਾਂ ਬ੍ਰਿਲੀਅੰਟ ਗ੍ਰੀਨ ਸੀ, ਸ਼ਾਈਨ ਕਰ ਰਹੀਆਂ ਸੀ ਰੌਸ਼ਨੀ ਦੇ ਵਿੱਚ। ਫਾਈਟ ਵਾਜ਼ ਯੂਜ਼ਲੈਸ, ਫॉर ਇਨ ਦ ਡਾਰਕ ਦ ਟਾਈਗਰ ਵੁੱਡ ਬੀ ਮੋਰ ਸ਼ਿਓਰ ਫੁਟਡ ਦੈਨ ਬਲਦੇਓ, ਲੜਨਾ ਬੇਕਾਰ ਸੀ ਕਿਉਂਕਿ ਹਨੇਰੇ ਵਿੱਚ ਚੀਤਾ ਬਲਦੇਓ ਨਾਲੋਂ ਜ਼ਿਆਦਾ ਸਟਰੋਂਗ ਹੋਏਗਾ। ਐਂਡ ਵੁੱਡ ਸੂਨ ਬੀ ਅਪੌਨ ਹਿਮ ਫਰੋਮ ਬਿਹਾਈਂਡ, ਅਤੇ ਜਲਦੀ ਹੀ ਉਸ ਪਿੱਛੇ ਹਮਲਾ ਕਰੇਗਾ। ਬਲਦੇਓ ਸਟੂਡ ਵਿਦ ਹਿਜ਼ ਬੈਕ ਟੂ ਦ ਸਿਗਨਲ ਪੋਸਟ, ਬਲਦੇਓ ਆਪਣੇ ਸਿਗਨਲ ਪੋਸਟ ਦੇ ਵੱਲ ਪਿੱਠ ਕਰਕੇ ਖੜਾ ਹੋ ਗਿਆ, ਮੋਸ਼ਨਲੈਸ, ਬਿਨਾਂ ਹਿਲਜੁਲ ਕੀਤੇ। ਸਟੇਅਰਿੰਗ ਐਟ ਦ ਗ੍ਰੇਟ ਬਰਿਊਟ ਮੂਵਿੰਗ ਰੈਪਿਡਲੀ ਟੁਵਾਰਡਸ ਹਿਮ, ਗ੍ਰੇਟ ਵੱਡਾ ਜਾਨਵਰ ਉਸ ਦੇ ਵੱਲ ਤੇਜ਼ੀ ਨਾਲ ਵੱਧ ਰਿਹਾ ਸੀ। ਟਾਈਗਰ ਯੂਜ਼ਡ ਟੂ ਦ ਵੇਜ਼ ਆਫ ਮੈਨ, ਚੀਤੇ ਨੂੰ ਹਮੇਸ਼ਾ ਆਦਮੀ ਦੇ ਰਸਤੇ ਦਾ ਹੈਡ ਸੀਨ ਪ੍ਰੇਇੰਗ ਔਨ ਦੈਮ ਫॉर ਈਅਰਸ, ਕਿਉਂਕਿ ਇਹ ਇਨਸਾਨਾਂ ਦਾ ਕਈ ਸਦੀਆਂ ਤੋਂ ਸ਼ਿਕਾਰ ਕਰਦਾ ਰਿਹਾ ਹੈ। ਪ੍ਰੇ ਮੀਨਿੰਗ ਸ਼ਿਕਾਰ ਕਰਨਾ। ਕੇਮ ਔਨ ਫੀਅਰਲੈਸਲੀ, ਇਸ ਕਰਕੇ ਉਹ ਨਿਡਰ ਹੋ ਕੇ ਆਇਆ। ਐਂਡ ਵਿਦ ਦ ਕੁਇਕ ਰਨ ਐਂਡ ਅ ਸਨਾਰਲ,
ਮੀਨਿੰਗ ਦਹਾੜਦਾ ਹੋਇਆ ਸਟਰਕ ਆਊਟ ਵਿਦ ਇਟਸ ਰਾਈਟ ਪਾ, ਉਸਨੇ ਆਪਣੇ ਸੱਜੇ ਪੰਜੇ ਦੇ ਨਾਲ ਹਮਲਾ ਕੀਤਾ। ਐਕਸਪੈਕਟਿੰਗ ਟੂ ਲੋਅਰ ਦਿਸ ਪਨੀ ਮੈਨ, ਛੋਟਾ ਆਦਮੀ ਜਿਸ ਨੇ ਉਸਦੇ ਰਸਤੇ ਵਿੱਚ ਆਉਣ ਦਾ ਹੌਸਲਾ ਕੀਤਾ ਸੀ ਉਸਨੂੰ ਇੱਕਦਮ ਉਹ ਖਤਮ ਕਰ ਦੇਗਾ। ਬਲਦੇਵ ਹਾਊਰ ਵਾਜ਼ ਰੈਡੀ, ਬਲਦੇਵ ਭਾਵੇਂ ਤਿਆਰ ਸੀ। ਵਿਦ ਦ ਮਾਰਵਸਲੀ ਅਜ਼ਾਈਲ ਲੀਪ, ਇੱਕ ਫੁਰਤੀਲੇ ਝਟਕੇ ਦੇ ਨਾਲ ਹੀ ਅਵਾਇਡਡ ਦਾ ਪਾ, ਉਹ ਪੰਜੇ ਤੋਂ ਬਚ ਗਿਆ। ਐਂਡ ਬੌਟ ਹਿਜ਼ ਐਕਸ ਡਾਊਨ ਔਨ ਦ ਐਨੀਮਲ ਸ਼ੋਲਡਰ, ਉਸਨੇ ਜਾਨਵਰ ਦੇ ਮੋਢੇ 'ਤੇ ਕੁਲਹਾੜੀ ਮਾਰੀ। ਦ ਟਾਈਗਰ ਗੇਵ ਅ ਰੋਰ ਐਂਡ ਅਟੈਂਪਟਡ ਟੂ ਕਲੋਜ਼ ਇਨ ਅਗੇਨ, ਟਾਈਗਰ ਨੇ ਦਹਾੜ ਲਗਾਈ ਅਤੇ ਦੁਬਾਰਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਅਗੇਨ ਬਲਦੇਵ ਡਰੋਵ ਹਿਜ਼ ਐਕਸ ਵਿਦ ਡਿਊ ਏਮ, ਫਿਰ ਬਲਦੇਵ ਨੇ ਆਪਣੀ ਕੁਲਹਾੜੀ ਸਹੀ ਨਿਸ਼ਾਨੇ 'ਤੇ ਮਾਰੀ। ਬਟ ਟੂ ਹਿਜ਼ ਹੌਰਰ ਦ ਬੀਸਟ ਸਵੀਅਰਡ, ਪਰ ਇਹ ਭਿਅੰਕਰ ਗੱਲ ਸੀ ਕਿ ਜਾਨਵਰ ਘੁੰਮ ਗਿਆ। ਸਵੀਅਰ ਮੀਨਿੰਗ ਘੁੰਮਣਾ। ਐਂਡ ਦ ਐਕਸ ਕੌਟ ਦ ਟਾਈਗਰ ਔਨ ਦ ਸ਼ੋਲਡਰ, ਅਤੇ ਕੁਲਹਾੜੀ ਉਸਦੇ ਕੰਧੇ 'ਤੇ ਲੱਗੀ। ਆਲਮੋਸਟ ਸਵੀਅਰਿੰਗ ਦ ਲੈਗ, ਲਗਭਗ ਇਸਨੇ ਉਸਦੀ ਲੱਤ ਨੂੰ ਕੱਟ ਦਿੱਤਾ। ਟੂ ਮੇਕ ਮੈਟਰਸ ਵਰਸ, ਸਥਿਤੀ ਹੋਰ ਦੁਖਦਾਈ ਹੋ ਗਈ। ਦ ਐਕਸ ਰਿਮੇਨ ਸਟਕ ਇਨ ਦ ਬੋਨ, ਐਕਸ ਉਸਦੀ ਬੋਨ ਦੇ ਵਿੱਚ ਜਾ ਕੇ ਜੰਮ ਗਈ। ਐਂਡ ਬਲਦੇਵ ਵਿਦਾਊਟ ਅ ਵੈਪਨ ਮੀਨਿੰਗ ਉਸਦੇ ਕੋਲ ਕੋਈ ਹਥਿਆਰ ਨਹੀਂ ਰਿਹਾ। ਇਹ ਹੈ ਉਹਦਾ ਇਨਕਾਊਂਟਰ ਟਾਈਗਰ ਦੇ ਨਾਲ ਕਿਸ ਤਰ੍ਹਾਂ। ਦ ਟਾਈਗਰ ਰੋਰਿੰਗ ਵਿਦ ਪੇਨ, ਚੀਤਾ ਦਰਦ ਨਾਲ ਦਹਾੜ ਰਿਹਾ ਸੀ। ਨਾਓ ਸਪਰੈਂਗ ਅਪੋਨ ਬਲਦੇਵ, ਹੁਣ ਉਹ ਬਲਦੇਵ ਦੇ ਉੱਪਰ ਕੁੱਦਿਆ। ਬ੍ਰਿੰਗਿੰਗ ਹਿਮ ਡਾਊਨ ਐਂਡ ਦੈਨ ਟੀਅਰਿੰਗ ਐਟ ਹਿਜ਼ ਬ੍ਰੋਕਨ ਬੋਡੀ, ਉਸਨੂੰ ਨੀਚੇ ਉਸਨੇ ਸੁੱਟ ਲਿਆ ਅਤੇ ਫਿਰ ਬ੍ਰੋਕਨ ਬੋਡੀ ਨੂੰ ਪਾੜ ਦਿੱਤਾ। ਇਟ ਵਾਜ਼ ਆਲ ਓਵਰ ਇਨ ਅ ਫਿਊ ਮਿੰਟ, ਕੁਝ ਮਿੰਟਾਂ ਵਿੱਚ ਹੋ ਗਿਆ। ਐਂਡ ਦੈਨ ਦੇਅਰ ਵਾਜ਼ ਬਲੈਕਨੈਸ ਐਂਡ ਦ ਨਾਈਟ ਕਲੋਜ਼ਡ ਇਨ ਔਨ ਹਿਮ ਫॉर ਐਵਰ, ਅਤੇ ਫਿਰ ਉੱਥੇ ਕਾਲਾ ਹਨੇਰਾ ਹੋ ਗਿਆ ਅਤੇ ਰਾਤ ਉਸਦੇ ਉੱਪਰ ਹਮੇਸ਼ਾ ਲਈ ਖਤਮ ਹੋ ਗਈ। ਇੱਥੇ ਕੀ ਹੈ, ਬਲਦੇਵ ਦੀ ਡੈਥ ਹੋ ਗਈ ਉਸ ਐਨਕਾਊਂਟਰ ਦੇ ਵਿੱਚ। ਦ ਟਾਈਗਰ ਡਿਊ ਆਫ ਮੀਨਿੰਗ ਪਿੱਛੇ ਹਟ ਜਾਣਾ। ਐਂਡ ਸੈਟ ਡਾਊਨ ਲਿਕਿੰਗ ਹਿਜ਼ ਵਾਊਂਡਡ ਲੈਗ, ਪਿੱਛੇ ਹਟ ਕੇ ਉਹ ਆਪਣੀ ਜ਼ਖਮੀ ਹੋਈ ਲੱਤ ਨੂੰ ਚੱਟਣ ਲੱਗਾ। ਲਿਕ ਮੀਨਿੰਗ ਚੱਟਣਾ। ਐਵਰੀ ਨਾਓ ਐਂਡ ਦੈਨ ਵਿਦ ਐਗਨੀ, ਉਹ ਦੁੱਖ ਦੇ ਨਾਲ ਗਰਜ ਰਿਹਾ ਸੀ। ਇਟ ਨੋਟ ਨੋਟਿਸ ਦ ਫੇਂਟ ਰੰਬਲ ਦੈਟ ਸ਼ੁਕ ਦ ਅਰਥ, ਉਸਨੇ ਮੱਧਮ ਥਰਥਰਾਟ ਜਿਹੜੀ ਧਰਤੀ ਨੂੰ ਹਿਲਾ ਰਹੀ ਸੀ ਉਹ ਉਸਨੇ ਧਿਆਨ ਨਹੀਂ ਦਿੱਤਾ। ਫਾਲੋ ਬਾਈ ਦ ਡਿਸਟੈਂਸ ਪਫਿੰਗ ਆਫ ਐਨ ਇੰਜਨ ਸਟੇਡਲੀ ਕਲਾਈਂਬਿੰਗ, ਜਿਹੜੀ ਕਿਸ ਦੇ ਨਾਲ ਆ ਰਹੀ ਸੀ, ਦੂਰ ਤੋਂ ਇੱਕ ਇੰਜਨ ਸਿੱਧਾ ਆ ਰਿਹਾ ਸੀ ਅਤੇ ਉਸ ਦੀ ਜਿਹੜੀ ਟ੍ਰੇਨ ਆ ਰਹੀ ਸੀ, ਮੇਲ ਟ੍ਰੇਨ ਆ ਰਹੀ ਸੀ। ਥਰੂ ਦ ਟਰੀਜ਼ ਬਿਯੋਂਡ ਦ ਕਟਿੰਗ, ਅਤੇ ਦਰੱਖਤਾਂ ਦੇ ਵਿੱਚੋਂ ਕਟਿੰਗ ਤੋਂ ਦੂਰ ਜਦੋਂ ਟ੍ਰੇਨ ਵਧੀ। ਦ ਗਲੋ ਆਫ ਦ ਫਰਨੈਸ ਕੁਡ ਬੀ ਸੀਨ, ਭੱਠੀ ਦੀ ਰੋਸ਼ਨੀ ਦੇਖੀ ਜਾ ਸਕਦੀ ਸੀ। ਦ ਸ਼ਾਵਰਸ ਆਫ ਸਪਾਰਕ ਫੈਲ ਲਾਈਕ ਦੀਵਾਲੀ, ਅਤੇ ਚੰਗਿਆੜੀਆਂ ਜਿਹੜੀਆਂ ਉਹ ਦੀਵਾਲੀ ਦੀ ਲਾਈਟ ਬਿਖਰ ਗਈਆਂ ਸਾਰੇ ਜੰਗਲ ਦੇ ਵਿੱਚ। ਫੋਰੈਸਟ ਮੀਨਿੰਗ ਜੰਗਲ। ਜਦੋਂ ਇੰਜਨ ਆਇਆ ਤਾਂ ਜਿਹੜੀ ਉਹਦੀ ਭੱਠੀ ਆ ਉਸ ਦੇ ਵਿੱਚੋਂ ਅੱਗ ਨਿਕਲੀ ਅਤੇ ਸਾਰੇ ਜੰਗਲ ਵਿੱਚ ਉਹ ਫੈਲ ਗਈ। ਐਂਟਰ ਦ ਕਟਿੰਗ, ਜਦੋਂ ਟ੍ਰੇਨ ਕਟਿੰਗ ਦੇ ਵਿੱਚ ਆਈ। ਦ ਇੰਜਨ ਵਿਸਲ ਵੰਸ, ਫਿਰ ਇੱਕ ਵਾਰ ਇੰਜਨ ਦੀ ਸੀਟੀ ਵੱਜੀ। ਲਾਊਡ ਐਂਡ ਪਾਈਸਲਿੰਗ, ਦੀ ਬੜੀ ਆਵਾਜ਼ ਉੱਚੀ ਸੀ ਅਤੇ ਕੰਨਾਂ ਨੂੰ ਚੀਰ ਦੇਣ ਵਾਲੀ ਸੀ। ਦ ਟਾਈਗਰ ਰੇਜ਼ਡ ਹਿਜ਼ ਹੈਡ, ਟਾਈਗਰ ਨੇ ਆਪਣਾ ਸਿਰ ਉੱਚਾ ਉਠਾਇਆ। ਦੈਨ ਸਲੋਲੀ ਗੋਟ ਟੂ ਹਿਜ਼ ਫੀਟ, ਆਪਣੇ ਪੈਰਾਂ 'ਤੇ ਆ ਗਿਆ। ਹੀ ਫਾਊਂਡ ਹਿਮਸੈਲਫ ਟ੍ਰੈਪਡ ਲਾਈਕ ਦ ਮੈਨ, ਉਸਨੇ ਆਪਣੇ ਆਪ ਨੂੰ ਆਦਮੀ ਦੀ ਤਰ੍ਹਾਂ ਜਾਲ ਵਿੱਚ ਫਸਿਆ ਪਾਇਆ। ਫਲਾਈਟ ਆਊਟ ਦ ਕਟਿੰਗ ਵਾਜ਼ ਇੰਪੋਸੀਬਲ, ਦੌੜਨਾ ਬੇਕਾਰ ਸੀ। ਹੀ ਐਂਟਰਡ ਦ ਟਨਲ ਰਨਿੰਗ ਐਜ਼ ਫਾਸਟ ਐਜ਼ ਹਿਜ਼ ਵੂੰਡਡ ਲੈਗ ਵੁੱਡ ਕੈਰੀ ਹਿਮ, ਉਹ ਇੰਨੀ ਤੇਜ਼ੀ ਨਾਲ ਸੁਰੰਗ ਦੇ ਵਿੱਚ ਦਾਖਲ ਹੋਇਆ ਜਿਸ ਤਰ੍ਹਾਂ ਕਿ ਉਸਦੀ ਜ਼ਖਮੀ ਲੱਤ ਉਸਨੂੰ ਲਿਜਾ ਸਕਦੀ ਸੀ। ਐਂਡ ਦੈਨ ਵਿਦ ਦ ਰੋਅਰ ਐਂਡ ਅ ਸ਼ਾਅ ਆਫ ਸਪਾਰਕਸ ਅ ਟ੍ਰੇਨ ਐਂਟਰ ਦ ਯਾਰਨਿੰਗ ਟਨਲ, ਅਤੇ ਫਿਰ ਇੱਕ ਗਰਜ ਦੇ ਨਾਲ ਅਤੇ ਸਪਾਰਕਸ ਦੇ ਨਾਲ, ਚੰਗਿਆੜੀਆਂ ਦੇ ਨਾਲ ਟ੍ਰੇਨਿੰਗ ਯਾਨੀ ਮੀਨਿੰਗ ਸੁਸਤ ਹੋ ਰਹੀ ਟਨਲ ਦੇ ਵਿੱਚ। ਉਬਾਸੀਆਂ ਲੈ ਰਹੀ ਟਨਲ ਦਾ ਮਤਲਬ ਕੀ ਹੈ ਕਿ ਉਸ ਵੇਲੇ ਹਨੇਰਾ ਸੀ ਸੁਰੰਗ ਦੇ ਵਿੱਚ ਅਤੇ ਬਿਲਕੁਲ ਸੁੰਨਸਾਨ ਸੀ। ਸਪੇਸ ਵਾਜ਼ ਡੈਫਨਿੰਗ ਬਟ ਵੈਨ ਦ ਟ੍ਰੇਨ ਕੇਮ ਆਊਟ ਇਨ ਟੂ ਦ ਓਪਨ ਔਨ ਦ ਅਦਰ ਸਾਈਡ ਸਾਈਲੈਂਸ ਰਿਟਰਨਡ ਵੰਸ ਮੋਰ ਟੂ ਦ ਫੋਰੈਸਟ ਐਂਡ ਦ ਟਨਲ, ਉਸ ਬੰਦ ਜਗ੍ਹਾ ਦੇ ਵਿੱਚ, ਕਨਫਾਈਨਡ ਸਪੇਸ ਦੇ ਵਿੱਚ ਸ਼ੋਰ ਕੰਨਾਂ ਨੂੰ ਪਾੜ ਦੇਣ ਵਾਲਾ ਸੀ, ਕੰਨਾਂ ਨੂੰ ਬੋਲੇ ਕਰ ਦੇਣ ਵਾਲਾ ਸੀ। ਪਰ ਜਦੋਂ ਟ੍ਰੇਨ ਆ ਗਈ ਦੂਸਰੇ ਪਾਸੇ ਚਲੀ ਗਈ, ਫਿਰ ਸਾਈਲੈਂਸ ਉਸ ਫੋਰੈਸਟ ਦੇ ਵਿੱਚ ਹੋ ਗਈ ਅਤੇ ਉਸ ਸੁਰੰਗ ਦੇ ਵਿੱਚ ਸਾਈਲੈਂਸ ਹੋ ਗਈ। ਐਟ ਦ ਨੈਕਸਟ ਸਟੇਸ਼ਨ ਦ ਡਰਾਈਵਰ ਹਿਜ਼ ਟ੍ਰੇਨ ਟੂ ਵਾਟਰ ਦ ਇੰਜਨ, ਅਗਲੇ ਸਟੇਸ਼ਨ 'ਤੇ ਜਾ ਕੇ ਡਰਾਈਵਰ ਨੇ ਟ੍ਰੇਨ ਸਲੋ ਕਰ ਦਿੱਤੀ ਆਪਣੀਆਂ ਲੱਤਾਂ ਸਿੱਧੀਆਂ ਕਰਨ ਵਾਸਤੇ ਅਤੇ ਹੈਡਲੈਂਪਸ ਨੂੰ ਦੇਖਣ ਵਾਸਤੇ। ਤਾਂ ਚਲਾ ਕੈਚਰ ਕੀ ਹੈ, ਹੀ ਰਿਸੀਵ ਦ ਸਰਪ੍ਰਾਈਜ਼ ਆਫ ਹਿਜ਼ ਲਾਈਫ, ਉਸਨੂੰ ਆਪਣੇ ਜੀਵਨ ਦੀ ਹੈਰਾਨਗੀ ਮਿਲੀ ਕਿਉਂਕਿ ਉਸ ਨੂੰ ਦੇ ਕਾਓ ਕੈਚਰ ਤੋਂ ਦੂਰ, ਕਾਓ ਕੈਚਰ ਕੀ ਹੈ, ਮੈਟਲ ਫਰੇਮ ਬਣਿਆ ਹੋਇਆ ਹੈ ਰੇਲਵੇ ਦੇ ਉੱਪਰ,
ਧਾਤ ਦਾ ਇੱਕ ਫਰੇਮ ਬਣਿਆ ਹੋਇਆ ਜਿੱਦਾਂ ਦੇ ਨਾਲ ਕੰਸੀਡਰੇਬਲ ਐਕਸਾਈਟਮੈਂਟ ਐਂਡ ਕੰਜੈਕਚਰ ਐਟ ਦਾ ਸਟੇਸ਼ਨ ਦੇ ਉੱਪਰ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਅਤੇ ਅਟਕਲਬਾਜ਼ੀ ਸੀ। ਬਟ ਬੈਕ ਐਟ ਦਾ ਕਟਿੰਗ ਦੇयर ਵਾਜ਼ ਨੋ ਸਾਊਂਡ ਐਕਸੈਪਟ ਫਾਰ ਦ ਸੌਬਸ ਆਫ ਦ ਬॉय ਐਜ਼ ਹੀ ਸੈਟ ਬਿਸਾਈਡ ਦ ਬੋਡੀ ਆਫ ਹਿਸ ਫਾਦਰ। ਪਰ ਕਟਿੰਗ ਦੇ ਪਿੱਛੇ ਹੋਰ ਕੋਈ ਸਾਊਂਡ ਨਹੀਂ ਸੀ, ਸਿਰਫ ਲੜਕੇ ਦੇ ਹੌਕਿਆਂ ਤੋਂ ਛੁੱਟ ਸੌਬਸ ਬੋਡੀ ਦੇ ਕੋਲ ਬੈਠਾ ਰੋ ਰਿਹਾ ਸੀ। ਹੀ ਸੈਟ ਦੇਅਰ ਲੌਂਗ ਟਾਈਮ ਅਨਅਫਰੇਡ ਆਫ ਦ ਡਾਰਕਨੈਸ। ਉਹ ਹਨੇਰੇ ਤੋਂ ਨਹੀਂ ਡਰਿਆ ਅਤੇ ਉੱਥੇ ਕਾਫੀ ਦੇਰ ਤੋਂ ਬੈਠਾ ਹੋਇਆ ਸੀ। ਗਾਰਡਿੰਗ ਦਾ ਬੋਡੀ ਫਰੋਮ ਜੈਕਲਸ, ਆਪਣੇ ਪਿਤਾ ਦੀ ਡੈਡ ਬੋਡੀ ਨੂੰ ਗਿੱਦੜਾਂ ਤੋਂ ਜਿਨ੍ਹਾਂ ਹਾਈਨਾ ਲੱਕੜ ਬੱਗਿਆਂ ਤੋਂ ਬਚਾਉਣ ਦੇ ਲਈ। ਅੰਟਿਲ ਫੇਨ ਲਾਈਟ ਆਫ ਡਾwn brought with it the arrival of the relief watchman and his sister and mother were plunged in grief for 2 whole days। ਟੈਂਬੂ ਉਸਦੀ ਭੈਣ ਅਤੇ ਉਸਦੀ ਮਾਂ 2 ਦਿਨ ਦੁੱਖ ਵਿੱਚ ਡੁੱਬੇ ਰਹੇ। ਪਲਸ ਲਾਈਫ ਹੈਡ ਟੂ ਗੋ ਔਨ, ਪਰ ਜੀਵਨ ਤਾਂ ਚੱਲਦਾ ਹੀ ਰਹਿਣਾ ਹੈ। ਐਂਡ ਅ ਲਿਵਿੰਗ ਹੈਡ ਟੂ ਬੀ ਮੇਡ, ਅਤੇ ਜੀਵਨ ਦੇ ਲਈ ਸਾਨੂੰ ਕੰਮ ਵੀ ਕਰਨਾ ਪੈਣਾ। ਐਂਡ ਆਲ ਦਾ ਰਿਸਪੋਂਸੀਬਿਲਿਟੀ ਨਾਓ ਫੈਲ ਔਨ ਟੈਂਬੂ, ਹੁਣ ਸਾਰੀ ਜ਼ਿੰਮੇਵਾਰੀ ਟੈਂਬੂ 'ਤੇ ਸੀ। 3 nights later, 3 ਰਾਤਾਂ ਬਾਅਦ ਹੀ ਵਾਜ਼ ਐਟ ਦਾ ਕਟਿੰਗ, ਹੁਣ ਫਿਰ ਉਹ ਕਟਿੰਗ ਦੇ ਉੱਪਰ ਸੀ। ਲਾਈਟਿੰਗ ਦਾ ਸਿਗਨਲ ਲੈਂਪ, ਉਹ ਸਿਗਨਲ ਲੈਂਪ ਜਲਾ ਰਿਹਾ ਸੀ। ਫਾਰ ਦਾ ਓਵਰਲੈਂਡ ਮੇਲ, ਉਸੇ ਆਉਣ ਵਾਲੀ ਮੇਲ ਦੇ ਲਈ। ਹੀ ਸੈਟ ਡਾਊਨ ਇਨ ਦਾ ਡਾਰਕਨੈਸ ਟੂ ਵੇਟ ਫਾਰ ਦਾ ਟ੍ਰੇਨ, ਉਹ ਹਨੇਰੇ ਵਿੱਚ ਟ੍ਰੇਨ ਦੀ ਵੇਟ ਕਰਨ ਲਈ ਬੈਠ ਗਿਆ। ਐਂਡ ਸੈਂਗ ਸਾਫਟਲੀ ਟੂ ਹਿਮਸੈਲਫ, ਅਤੇ ਆਪਣੇ ਆਪ ਨਾਲ ਗੀਤ ਗਾਉਣ ਲੱਗਾ। ਦੇਅਰ ਵਾਜ਼ ਨਥਿੰਗ ਟੂ ਬੀ ਅਫਰੇਡ ਆਫ, ਕੋਈ ਵੀ ਡਰਨ ਵਾਲੀ ਗੱਲ ਨਹੀਂ ਹੈ। ਹਿਸ ਫਾਦਰ ਹੈ ਕਿਲਡ ਦਾ ਟਾਈਗਰ, ਉਸਦੇ ਪਿਤਾ ਨੇ ਚੀਤੇ ਨੂੰ ਮਾਰ ਦਿੱਤਾ ਹੈ। ਦਾ ਫੋਰੈਸਟ ਗੋਡਸ ਵਰ ਪਲੀਜ਼, ਅਤੇ ਜੰਗਲ ਦੇ ਦੇਵਤੇ ਖੁਸ਼ ਹਨ। ਐਂਡ ਬਿਸਾਈਡਸ, ਅਤੇ ਨਾਲ ਹੀ ਹੈਡ ਦਾ ਐਕਸ ਵਿਦ ਹਿਮ, ਉਸਦੇ ਨਾਲ ਕੁਲਹਾੜੀ ਹੈ। ਹਿਸ ਫਾਦਰਸ ਐਕਸ ਐਂਡ ਹੀ ਨਿਊ ਹਾਊ ਟੂ ਯੂਜ਼ ਇਟ, ਕੁਲਹਾੜੀ ਕਿਸ ਦੀ ਹੈ? ਉਸਦੇ ਪਿਤਾ ਦੀ ਹੈ, ਅਤੇ ਉਸ ਨੂੰ ਜਾਣਦਾ ਹੈ ਕਿ ਇਸ ਨੂੰ ਕਿਸ ਤਰ੍ਹਾਂ ਵਰਤਣਾ ਹੈ। ਸਟੂਡੈਂਟਸ ਇਸ ਕੰਟੇਨ ਦਾ ਸਟੋਰੀ, ਮੈਸੇਜ ਕੀ ਹੈ ਸਟੋਰੀ ਦਾ? ਕਿ ਸਾਡੀ ਲਾਈਫ ਚੱਲਦੀ ਰਹਿੰਦੀ ਹੈ, ਜੋ ਵੀ ਹੋ ਜਾਏ ਅਸੀਂ ਕੰਮ ਬੰਦ ਨਹੀਂ ਕਰ ਸਕਦੇ, ਚਾਹੇ ਕੋਈ ਵੀ ਇੰਸੀਡੈਂਟ ਹੋ ਜਾਏ। ਔਰ ਟੈਂਬੂ ਦਾ ਕਰੈਕਟਰ ਹੌਸਲੇ ਦਾ ਪ੍ਰਤੀਕ ਹੈ ਕਿ ਕਿਸ ਤਰ੍ਹਾਂ ਅਸੀਂ ਲਾਈਫ ਦੀਆਂ ਸਿਚੁਏਸ਼ਨਸ ਨੂੰ ਅਸੀਂ ਹੌਸਲੇ ਦੇ ਨਾਲ ਫੇਸ ਕਰ ਸਕਦੇ ਹਾਂ। ਇਹੀ ਸਟੋਰੀ ਦਾ ਮੈਸੇਜ ਹੈ। ਇਸ ਨੂੰ ਧਿਆਨ ਨਾਲ ਸੁਣਨਾ ਔਰ ਕਿ ਤੁਹਾਨੂੰ ਪੇਪਰ ਦੇਣ ਦੇ ਵਿੱਚ ਕੋਈ ਦਿੱਕਤ। ਇਸ ਤਰ੍ਹਾਂ ਅਗਲਾ ਚੈਪਟਰ ਤੁਹਾਡਾ ਅਗਲੀ ਵੀਡੀਓ ਦੇ ਵਿੱਚ ਐਕਸਪਲੇਨ ਕੀਤਾ ਜਾਏਗਾ। ਯੂਰ ਨੈਕਸਟ ਲੈਸਨ ਵਿਲ ਬੀ ਐਕਸਪਲੇਨ ਇਨ ਦਾ ਨੈਕਸਟ ਵੀਡੀਓ। ਹੈਵ ਅ ਨਾਈਸ ਡੇ।